ਤੇ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜਦੋਂ ਕਿ ਦੇਖਦਾ ਵੀ ਕਿਸੇ ਜੀਵ ਨੇ ਕੋਈ ਪੁੰਨ ਕਰਮ ਕੀਤਾ ਹੈ, ਪਾਣੀ ਪਿਆਉਣਾ ਪੁੰਨ ਕਰਮ ਹੈ ਨਾ, ਕਿਸੇ ਪਿਆਸੇ ਨੂੰ ਪਾਣੀ ਪਿਆ ਦਿੱਤਾ ਤੇ ਬਾਦਸ਼ਾਹ ਪ੍ਰਸੰਨ ਹੋ ਗਿਆ ਉਹਦੇ ਨਾਲ, ਇਹਨੇ ਪੁੰਨ ਕਰਮ ਕੀਤਾ। ਇਹੋ ਜਿਹੇ ਪੁੰਨ ਕਰਮ ਇਕੱਠੇ ਕਰਦਾ ਰਿਹਾ। ਭਾਈ ਜਿਹੜਾ ਗਰੀਬ ਬੰਦਾ ਹੈ ਉਹਦੇ ਕੋਲ ਪੈਸਾ ਨਹੀਂ ਜੁੜਦਾ ਹੁੰਦਾ, ਖਰਚ ਬਾਲਾ ਹੁੰਦਾ ਹੈ, ਤੇ ਫਿਰ ਵੀ ਥੋੜ੍ਹਾ ਬਹੁਤ ਪੂੰਜੀ ਥੋੜ੍ਹੀ ਜੋੜ ਕੇ ਕਹਿੰਦਾ ਵੀ ਚਲੋ ਇੰਨੇ ਕੇ ਜੁੜੇ ਨੇ। ਬਿਲਕੁਲ ਇਹ ਜੀਵ ਕੰਗਲਾ ਹੈ, ਧੱਕੇ ਖਾਂਦਾ ਫਿਰਦਾ, ਕਦੇ ਕੁੱਤੇ ਦੀ ਜੂਨ, ਕਦੇ ਖੋਤੇ ਦੀ ਜੂਨ, ਕਦੇ ਕੀੜੀਆਂ ਪਪਲੀਹਾਂ ਦੀ ਜੂਨ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਿਤੇ ਇੱਕ ਥਾਂ ਧੱਕੇ ਖਾਦੇ ਨੇ। ਜਿੱਥੇ ਗਿਆ ਮੌਤ ਮਗਰੀ ਗਈ, ਇਸ ਦੇ ਛੱਡਿਆ ਹੀ ਨਹੀਂ ਉੱਥੇ। ਜਹਾਂ ਜਹਾਂ ਦੇਹੀ ਧਾਰੀ ਰਹਿਣ ਨਾ ਪਾਇਆ ਕਬਹੂ, ਰਹਿਣ ਨਹੀਂ ਦਿੱਤਾ ਮੌਤ ਨੇ। ਮੌਤ ਤਾਂ ਐਂ ਕਾਲ ਅਹੇਰੀ ਫਿਰੇ ਬਦਕ ਜਿਉਂ, ਐਂ ਮਗਰ ਫਿਰਿਆ ਜਿਵੇਂ ਸ਼ਿਕਾਰੀ ਫਿਰਦਾ ਹੁੰਦਾ ਸ਼ਿਕਾਰ ਦੇ ਮਗਰ। ਉਹ ਹੁਣ ਕਿਹੜਾ ਹਟ ਗਿਆ ਸਾਡੇ ਮਗਰੋਂ, ਹੁਣ ਵੀ ਤਾਂ ਮਾਰਨੇ ਕਾਲ ਨੇ ਤੀਰ ਇੱਕ ਦਿਨ। ਇਹਦੇ ਕੋਲ ਥੋੜ੍ਹੇ ਪੁੰਨ ਇਕੱਠੇ ਹੋ ਗਏ। ਗੁਰਬਾਣੀ ਦੇ ਅੰਦਰ, ਇਤਿਹਾਸ ਦੇ ਅੰਦਰ, ਗੁਰਮਤਿ ਸਿਧਾਂਤਾਂ ਦੇ ਅੰਦਰ ਇਹ ਸਪਸ਼ਟ ਹੈ ਬਿਲਕੁਲ ਕਿ ਜਿਹੜੀ ਮਨੁੱਖਾ ਦੇਹੀ ਹੈ ਇਹ ਕਿਵੇਂ ਪ੍ਰਾਪਤ ਹੁੰਦੀ ਹੈ। ਕਰਮੀ ਆਵੈ ਕੱਪੜਾ, ਇਹ ਕਰਮਾਂ ਦਾ ਬੁਣਿਆ ਹੋਇਆ ਕੱਪੜਾ ਹੈ। ਕੱਪੜਾ ਜਦੋਂ ਬੁਣੀਦਾ ਤਾਣਾ ਤੇ ਪੇਟੇ ਦੋ ਦੇ ਨਾਲ ਬੁਣ ਹੁੰਦਾ ਹੈ। ਇੱਕ ਤਾਣਾ ਇੱਕ ਸੂਤ ਇੱਕੋ ਹੀ ਹੈ ਦੋਨਾਂ 'ਚ, ਪੇਟੇ 'ਚ ਵੀ ਸੂਤ ਹੈ, ਤਾਣੇ 'ਚ ਵੀ ਸੂਤ ਹੈ, ਪਰ ਬੁਣ ਉਹਦੇ ਨਾਲ ਹੁੰਦਾ ਹੈ। ਸੂਤ ਇੱਕ ਜਿਉਂ, ਤਾਣਾ ਪੇਟਾ। ਦੋ ਤਰ੍ਹਾਂ ਦਾ ਕਰਮ ਹੈ। ਤਾਣੇ ਪੇਟੀ ਦੀ ਤਰ੍ਹਾਂ ਇਹ ਸਰੀਰ ਐਵੇਂ ਨਹੀਂ ਬਣਦਾ। ਇਹਦੇ ਵਿੱਚ ਭਾਈ ਪੁੰਨ ਤੇ ਪਾਪ ਤਾਣੇ ਪੇਟੇ ਵਾਂਗੂ ਨੇ। ਜਲਾਹੇ ਨੇ ਸੂਤ ਆਪਣੇ ਘਰ ਤੋਂ ਨਹੀਂ ਦਿੱਤਾ, ਸੂਤ ਤਾਂ ਉਸੇ ਦਾ ਹੀ ਹੈ ਜਿਹੜਾ ਵਸਤਰ ਬਣਾ ਰਿਹਾ ਹੈ, ਉਹਨੇ ਤਾਂ ਬੁਣਤੀ ਕਰਨੀ ਹੈ। ਬ੍ਰਹਮਾ ਨੇ ਤਾਂ ਸਰੀਰ ਜਿਹੜਾ ਹੈ, ਸਰੀਰ ਦੀ ਗੰਢ ਤੁੰਬ ਕਰਨੀ ਹੈ, ਤੇ ਭਾਈ ਸੂਤਰ ਤਾਂ ਇਸੇ ਦਾ ਕੱਤਿਆ ਹੋਇਆ ਹੈ। ਕਤਕ ਕਰਮ ਕਮਾਵਣੇ ਦੋਸ ਨਾ ਕਾਹੂੰ ਜੋਗ। ਕਤਕ ਨਾਮ ਕੱਤਣ ਦਾ ਵੀ ਹੁੰਦਾ। ਜੀਵ ਨੇ ਕਰਮਾਂ ਦੀਆਂ ਤੰਦਾਂ ਕੱਢੀਆਂ ਨੇ, ਉਹਦੇ ਅਨੁਸਾਰ ਸਰੀਰ ਬਣਦੇ ਹੈ। ਜਿਹੋ ਜਿਹਾ ਕਰਮ ਪ੍ਰਬਲ ਹੋ ਗਿਆ, ਉਸੇ ਤਰ੍ਹਾਂ ਦੀ ਦੇਹੀ ਪ੍ਰਾਪਤ ਹੁੰਦੀ ਹੈ। ਜਦੋਂ ਇਸ ਦੇ ਕੋਲ ਮਾੜੇ ਕਰਮ ਬਹੁਤੇ ਹੋ ਜਾਣ, ਮੰਦ ਕਰਮ ਪ੍ਰਬਲ ਹੋ ਜਾਣ, ਸ਼ੁਭ ਕਰਮ ਬਹੁਤ ਨਿਊਨ ਹੋ ਜਾਣ, ਉਸ ਵੇਲੇ ਇਸ ਨੂੰ ਤ੍ਰਿਗਤ ਜੂਨਾਂ, ਇਸ ਨੂੰ ਕੁੱਤਿਆਂ ਵੇਲਿਆਂ ਦੀਆਂ ਜੂਨਾਂ, ਇਸ ਨੂੰ ਟੇਢੀਆਂ ਵਿੰਗੀਆਂ ਜੂਨਾਂ 'ਚ ਧੱਕੇ ਖਾਂਦਾ ਫਿਰਦਾ। ਜਿਸ ਵੇਲੇ ਪੁੰਨ ਬਹੁਤੇ ਹੋ ਜਾਣ ਤੇ ਪਾਪ ਬਿਲਕੁਲ ਨਾਮ ਮਾਤਰ ਰਹਿ ਜਾਣ, ਫਿਰ ਇਹਨੂੰ ਦੇਵੀ ਦੇਹੀ ਮਿਲ ਜਾਂਦੀ ਹੈ। ਅਸਹਿਤਾ, ਖਿਆਤਾ, ਖੀਨਤਾ, ਤਿੰਨ ਪ੍ਰਕਾਰ ਦੇ ਦੁੱਖ ਉੱਥੇ ਵੀ ਹੈਗੇ, ਪਰ ਸੁੱਖ ਵਾਲੇ ਨੂੰ ਤੇ ਜਦੋਂ ਪੁੰਨ ਖੀਣ ਹੋ ਜਾਂਦੇ ਨੇ, ਮੁੜ ਕੇ ਭਗਾ ਕੇ ਐਂ ਸੱਟਿਆ ਜਾਂਦੇ, ਖੂਹ 'ਚ ਰੋੜ ਸੱਟੀਦਾ, ਮੁੜ ਕੇ ਫੇਰ ਇੱਥੇ ਆ ਜਾਂਦਾ। ਕਦੇ ਦੇਵਤਾ ਬਣ ਗਿਆ, ਕਦੇ ਮੁੜ ਕੇ ਫੇਰ ਉੱਥੇ ਧੱਕੇ ਖਾ ਲਏ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ, ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ।
ਚਰਨ ਕਮਲ ਕੀ ਮੌਜ ਮੇ ਰਹੋ ਅੰਤਰ ਯਾਦ। ਮੈਨੂੰ ਤਾਂ ਲੋੜ ਹੀ ਨਹੀਂ ਕਹਿੰਦੇ ਸਵਰਗ ਜਾਣ ਦੀ। ਤੇ ਜਿਸ ਵੇਲੇ ਮੰਦ ਕਰਮ ਜ਼ਿਆਦੇ ਹੋਏ, ਟੇਡੀਆਂ ਵਿੰਗੀਆਂ ਜੂਨਾਂ ਮਿਲ ਗਈਆਂ, ਸ਼ੁਭ ਕਰਮ ਜ਼ਿਆਦੇ ਹੋ ਗਏ, ਪੁੰਨ ਕਰਮ, ਉਦੋਂ ਦੇਵਤਾ ਬਣ ਗਿਆ। ਤੇ ਜਦੋਂ ਇਹਦੇ ਖਜ਼ਾਨੇ ਦੇ ਵਿੱਚੋਂ ਸਾਰੇ ਪੁੰਨ ਕਰਮ ਨਸ਼ਟ ਹੋ ਜਾਣ, ਕੇਵਲ ਪਾਪ ਕਰਮ ਹੀ ਬਾਕੀ ਰਹਿ ਜਾਣ, ਫਿਰ ਦੋ ਦੇਹੀਆਂ ਜਿਹੜੀਆਂ ਮਿਲਦੀਆਂ, ਜਾਂ ਤਾਂ ਪੱਥਰ ਦੀ ਜੂਨ ਮਿਲਦੀ ਹੈ ਜਾਂ ਪ੍ਰੇਤ ਦੀ ਜੂਨ ਮਿਲਦੀ ਹੈ। ਪੱਥਰ ਦੀ ਜੂਨ ਪ੍ਰਾਪਤ ਹੋਊਗੀ, ਛੁਟਕਾਰਾ ਉਦੋਂ ਹੋਊਗਾ ਜਦੋਂ ਮਹਾਪਲ ਹੋਣੀ ਹੈ, ਉੱਥੇ ਪਿਆਰ ਹੋਊ ਜਿੱਥੇ ਪਿਆ। ਜਿਵੇਂ ਗੌਤਮ ਦੇ ਘਰ ਵਾਲੀ ਅਹਲਿਆ ਸੀ, ਉਹ ਤਾਂ ਰਾਮਚੰਦਰ ਨੇ ਚਰਨ ਲਾ ਕੇ ਉਧਾਰ ਕਰ ਹੀ ਦਿੱਤਾ, ਤੇ ਆਪਣਾ ਤਾਂ ਪਤਾ ਨਹੀਂ ਕੀ ਬਣੂਗਾ ਫਿਰ ਭਾਈ। ਉਹ ਤਾਂ ਉਨਾ ਕੁ ਪੱਥਰ ਧਰਿਆ ਰਾਮਚੰਦਰ ਜੀ ਚਰਨਾਂ ਨਾਲ, ਬਾਕੀ ਦੇ ਵੀ ਤਾਂ ਵੀ ਜੀਵ ਨੇ ਜਿਹੜੇ ਪੱਥਰ ਨੇ, ਮੰਦ ਕਰਮ ਹੈ ਪਏ ਨੂੰ। ਤੇ ਜਾਂ ਫਿਰ ਪ੍ਰੇਤ ਦੀ ਜੂਨ। ਪ੍ਰੇਤ ਜੂਨ ਦੇ ਅੰਦਰ ਕੋਈ ਵੀ ਪੁੰਨ ਕਰਮ ਨਹੀਂ ਹੈ, ਸਾਰੇ ਹੀ ਪਾਪ ਕਰਮ ਦੀ ਦੇਹ ਹੈ ਉਹ। ਇਹ ਜੂਨ ਹੈ 84 ਲੱਖ ਜੂਨ ਵਿੱਚ, ਪ੍ਰੇਤ ਇੱਕ ਜੂਨ ਹੈ। ਤੋ ਇਸ ਕਰਕੇ ਜਿਸ ਵੇਲੇ ਜੀਵ ਦੇ ਕੋਲ ਪੁੰਨ ਤੇ ਪਾਪ ਦੋਨੇ ਜਿਹੜੇ ਨਾ ਪਲੜਾ ਬਰਾਬਰ ਹੋ ਜਾਏ, ਤੇ ਯਾਨੀ ਨਾ ਪਾਪ ਕਰਮ ਜ਼ਿਆਦੇ ਹੋਣ ਨਾ ਪੁੰਨ ਕਰਮ ਜ਼ਿਆਦੇ ਹੋਣ, ਬਰਾਬਰ ਹੋ ਜਾਣ, ਪਲੜਾ ਪੂਰਾ ਬਰਾਬਰ ਹੋ ਜਾਵੇ, ਉਸ ਵੇਲੇ ਫਿਰ ਪਰਮੇਸ਼ਰ ਦੇ ਵਿਧਾਨ ਅਨੁਸਾਰ ਜੀਵ ਨੂੰ ਮਨੁੱਖਾ ਸਰੀਰ ਪ੍ਰਾਪਤ ਹੁੰਦਾ। ਤੱਕੜੀ ਦੇ ਦੋਨੇ ਪਲੜੇ ਬਰਾਬਰ ਹੋ ਗਏ। ਕਰੋੜਾਂ ਜਨਮਾਂ ਤੋਂ ਬਾਅਦ, ਕਰੋੜਾਂ ਯੁੱਗਾਂ ਤੋਂ ਬਾਅਦ ਬਾਈ ਚਾਂਸ ਕਿਤੇ ਜੀਵ ਨੂੰ ਇੰਨਾ ਔਖਾ ਹੈ ਮਨੁੱਖਾ ਸਰੀਰ ਤੱਕ ਪਹੁੰਚਣਾ, ਡਿੱਗਦੇ ਪੈਂਦੇ, ਤੇ ਕਿਤੇ ਧੱਕੇ ਖਾਦੇ, ਕਿਤੇ ਆਹ ਕੁੱਤੇ ਦੀ ਜੂਨ ਹੈ। ਤੁਸੀਂ ਦੇਖੋ ਵਿਚਾਰਾ ਰੋਟੀ ਦਾ ਭੁੱਖਾ ਹੈ, ਬਾਰ-ਬਾਰ ਆਉਂਦਾ ਤੇ ਡੰਡੇ ਪੈਂਦੇ ਉਹਦੇ ਸਿਰ ਦੇ ਵਿੱਚ, ਕਈ ਤਾਂ ਲੱਤਾਂ ਤੋੜ ਦਿੰਦੇ, ਇਹ ਕੁੱਤਾ ਤੰਗ ਕਰਦਾ। ਕਾਹਦੀ ਜੂਨ ਹੈ? ਪਾਪ ਕਰਮ ਹੈ, ਨਿਰਾਦਰ ਹੋ ਰਿਹਾ। ਇਸ ਕਰਕੇ ਸਾਧ ਸੰਗਤ ਜੀ ਵੀ ਇਹ ਜੂਨ ਜਿਹੜੀ ਹੈ ਨਾ, ਮਨੁੱਖ ਸਰੀਰ ਬਹੁਤ ਦੁਰਲਭ ਹੈ।